ਅਗਲੀ ਹੁਣ ਆਪਾਂ ਇਹੀ ਵੱਡੀਆਂ ਟੈਕ ਕੰਪਨੀਜ਼ ਦੀ ਇੱਕ ਖਬਰ ਉਸ ਦੇ ਵੱਲ ਗੱਲ ਕਰਦੇ ਜਾਈਏ। ਮਾਈਕਰੋਸਾਫਟ, ਮੈਟਾ ਤੇ ਐਮਾਜ਼ੋਨ ਕਹਿੰਦੇ ਵੀ ਐਂਟਰਪ੍ਰਾਈਜ਼ ਐਕਸੈਸ ਲੈਣ ਦੇ ਲਈ ਵਿਕੀਪੀਡੀਆ ਨੂੰ ਉਹ ਪੇ ਕਰ ਰਹੇ ਨੇ। ਹਾਂਜੀ, ਮਾਈਕਰੋਸਾਫਟ, ਮੈਟਾ ਹੋ ਗਿਆ, ਪਰਪਲੈਕਸਿਟੀ ਹੋ ਗਿਆ ਜਾਂ ਹੋਰ ਵੀ ਵਿਕੀਮੀਡੀਆ ਫਾਊਂਡੇਸ਼ਨ ਰਨ ਕਰਦੀ ਆ ਆਪਣੀ ਵਿਕੀਪੀਡੀਆ ਨੂੰ। ਸੋ ਇਹ ਆਪਣੀ ਗੱਲਬਾਤ ਇੱਥੇ ਰਾਜਕਰਨ ਕਰਨ ਦਾ ਮਤਲਬ ਇਹ ਆ ਕਿ ਜਿਹੜਾ ਡੇਟਾ ਉਹ ਕਿੰਨਾ ਇੰਪੋਰਟੈਂਟ, ਆਪਾਂ ਬਾਰ-ਬਾਰ ਗੱਲ ਕਰਦੇ। ਸੋ ਜਿਹੜਾ ਅਸੀਂ ਕੋਈ ਚੀਜ਼ ਕੰਟੈਂਟ ਲਿਖਦੇ ਹਾਂ, ਉਹਦੀ ਕੰਟੈਂਟ ਦੀ ਐਕੂਰੇਸੀ ਉਹ ਕਿੰਨਾ ਇੰਪੋਰਟੈਂਟ ਆ AI ਦੇ ਸਮੇਂ ਦੇ ਵਿੱਚ, ਹੈ ਨਾ। ਕਿਉਂਕਿ ਉਹਨੇ ਜਿਹੜੇ ਮਾਡਲ ਟ੍ਰੇਨਿੰਗ ਕਰਨੇ ਆ, ਆਪਾਂ ਇੱਕ ਕਨਸੈਪਟ ਯੂਜ਼ ਕਰਦੇ ਹਾਂ AI ਦੇ ਵਿੱਚ, ਉਹ ਹੁੰਦਾ ਗਾਰਬੇਜ ਇਨ ਗਾਰਬੇਜ ਆਊਟ। ਗਾਰਬੇਜ ਇਨ ਗਾਰਬੇਜ ਆਊਟ ਦਾ ਮਤਲਬ ਹੁੰਦਾ ਕਿ ਜਿੱਦਾਂ ਦਾ ਡੇਟਾ ਤੁਸੀਂ AI ਮਾਡਲ ਨੂੰ ਦਓਗੇ ਟ੍ਰੇਨ ਦੇ ਕਰਨ ਦੇ ਵਾਸਤੇ, ਉਦਾਂ ਹੀ ਤੁਹਾਡਾ ਸਮਾਰਟ ਤੇ ਇੰਟੈਲੀਜੈਂਟ AI ਮਾਡਲ ਹੋਊਗਾ। ਯਾਨੀ ਕਿ ਜੇ ਤੁਸੀਂ ਗਾਰਬੇਜ ਡੇਟਾ ਵੀ ਦਓਗੇ ਤੇ ਉਹਨੇ ਗਾਰਬੇਜ ਹੀ ਬਾਹਰ ਕੱਢਣੀ ਆ। ਹਾਂ, ਜੋ ਆਊਗੀ ਬਿਲਕੁਲ। ਜੇ ਬੰਦੇ ਦੀ ਗਰੋਥ ਕੁਛ ਏਦਾਂ ਦੇ ਇਨਫਰਾਸਟ੍ਰਕਚਰ ਇਨਵਾਇਰਮੈਂਟ ਦੇ ਵਿੱਚ ਹੋਏ ਜਿੱਥੇ ਲੋਕੀ ਸਾਰੇ ਇੱਕ ਦੂਜੇ ਨੂੰ ਗਾਲੂ ਗਾਲੀ ਹੁੰਦੇ ਹੋਣ, ਤੇ ਉਹਨੇ ਵੱਡੇ ਹੋ ਕੇ ਗਾਲੂ ਗਾਲੀ ਹੋਣਾ ਹੀ ਸਿਮਿਲਰ ਆਈਡੀਆ ਹੈਗਾ। ਤੇ ਉਹਦੇ ਵਿੱਚ ਰਾਜਕਰਨ ਇਹ ਆ ਕਿ ਜਿਹੜਾ ਉਹ ਨਾ ਕਾਫੀ ਜ਼ਿਆਦਾ ਜਿਹੜਾ ਪੈਸਾ ਵਿਕੀਮੀਡੀਆ ਫਾਊਂਡੇਸ਼ਨ ਨੂੰ ਦੇ ਰਹੇ ਆ ਤਾਂ ਕਿ ਉਹਨਾਂ ਕੋਲ ਐਂਟਰਪ੍ਰਾਈਜ਼ ਐਕਸੈਸ ਆ ਜਾਏ ਯੂਜ਼ਿੰਗ ਆਫ ਦਾ ਡੇਟਾ। ਇਹ ਜਿਹੜਾ ਕਨਸੈਪਟ ਹੈ ਨਾ 2021-22 ਦੇ ਵਿੱਚ ਸ਼ੁਰੂ ਹੋਇਆ ਸੀ। ਉਹਦੇ ਵਿੱਚ ਜਿਹੜੀ ਗੱਲਬਾਤ ਇਹ ਹੈਗੀ ਕਿ ਉਸ ਟਾਈਮ ਦੇ ਉੱਤੇ ਜਿਹੜੇ ਸਾਰੇ ਮਾਡਲ ਸੀ ਆਲਮੋਸਟ, ਖਾਸ ਤੌਰ ਤੇ ਟਰਾਂਸਫਾਰਮਰ, GPT ਵਗੈਰਾ ਜਿਹੜੇ ਹੈਗੇ ਸੀ ਉਹ ਪਹਿਲੇ, ਤੇ ਉਹਨੂੰ ਦੇਖੋ ਦੇਖੀ ਬਾਕੀਆਂ ਨੇ ਆਲਮੋਸਟ ਸਾਰੇ ਦਾ ਸਾਰਾ ਜਿਹੜਾ ਇੰਟਰਨੈਟ ਤੋਂ ਡੇਟਾ ਉਹਨਾਂ ਸਕ੍ਰੇਪ ਕਰ ਲਿਆ ਸੀ। ਸਕ੍ਰੇਪ ਕਰਕੇ ਉਹਨਾਂ ਆਪਣੇ ਜਿਹੜੇ ਮਾਡਲ ਉਹਨਾਂ ਨੂੰ ਟ੍ਰੇਨ ਕਰਨੇ ਸ਼ੁਰੂ ਕਰ ਦਿੱਤੇ। ਫਿਰ ਇਹ ਚੈਟ GPT ਆ ਗਿਆ 2022 ਦੇ ਵਿੱਚ। 2022 ਤੋਂ ਬਾਅਦ ਸਿੰਥੈਟਿਕ ਡੇਟਾ ਬਾਹਰ ਬਹੁਤ ਆਉਣਾ ਸ਼ੁਰੂ ਹੋ ਗਿਆ, ਤੇ ਉਹਦੇ ਨਾਲ ਗੱਲਬਾਤ ਇਹ ਚੱਲਣੀ ਸ਼ੁਰੂ ਹੋਈ ਕਿ ਜਿਹੜਾ ਆਥੈਂਟਿਕ ਡੇਟਾ ਵਾ ਵੀ ਗੋਨਾ ਰਨ ਆਊਟ ਆਫ ਡੇਟਾ ਇਨ ਬਾਈ 2024-25। ਠੀਕ ਹੈ, ਜਦੋਂ ਇਹ ਚੈਟ GPT ਪਬਲਿਕ ਹੋਇਆ ਤੇ ਜਿਹੜੇ ਡੇਟਾ ਵਾਲੇ ਲੋਕ ਸੀ, ਜਿਹੜੇ ਡੇਟਾ ਨੂੰ ਕੰਟਰੋਲ ਕਰਦੇ ਸੀ, ਉਹਨਾਂ ਨੇ ਆਪਣੇ ਡੇਟਾ ਦੀ ਇੰਪੋਰਟੈਂਸ ਤਾਂ ਉਹਨਾਂ ਨੂੰ ਪਤਾ ਸੀ, ਪਰ ਉਹਨਾਂ ਨੇ ਇਹਦੇ ਵਿੱਚ ਇੱਕ ਓਪਰਚੁਨਿਟੀ ਦੇਖੀ ਮੋਨੀਟਾਈਜੇਸ਼ਨ ਦੀ, ਤੇ ਉਹਨਾਂ ਨੇ ਜਿਹੜੇ ਧੜਾ-ਧੜ ਜਿਹੜੇ ਲਾਅ ਸੂਟਸ ਆ ਬਾਹਰ ਆਉਣੇ ਸ਼ੁਰੂ ਹੋਏ। ਇਹ ਡੇਟਾ ਆਪਾਂ ਕੱਲਾ ਇਨਫੋਰਮੇਸ਼ਨ ਜੋ ਰਾਈਟ ਅਪ ਡੇਟਾ ਵਿਕੀਪੀਡੀਆ ਵਗੈਰਾ ਉਹਦੀ ਆਪਾਂ ਗੱਲ ਨਹੀਂ ਕਰਦੇ। ਉਹਦੇ ਵਿੱਚ ਕੰਜ਼ਿਊਮਰ ਦਾ ਹੋ ਗਿਆ ਡੇਟਾ, ਬਾਇੰਗ ਡੇਟਾ, ਜਿੱਦਾਂ ਐਮਾਜ਼ੋਨ ਵੀ ਉਹਨਾਂ ਨੂੰ ਪਤਾ ਹੈ ਕੰਜ਼ਿਊਮਰ ਕਿੱਦਾਂ ਦੀ ਚੀਜ਼ਾਂ ਨੂੰ ਬਾਏ ਕਰਨਾ ਚਾਹੁੰਦੇ ਆ, ਹੈ ਨਾ। ਉਹਦੇ ਵਿੱਚ ਤੁਹਾਡੇ ਵਾਲਮਾਰਟ ਦਾ ਕੰਜ਼ਿਊਮਰ ਡੇਟਾ ਹੋ ਗਿਆ, ਉਹਨਾਂ ਨੂੰ ਪਤਾ ਕਿਹੜੇ ਏਰੀਆ ਦੇ ਵਿੱਚ ਕਿੱਦਾਂ ਦੀ ਲੋਕ ਚੀਜ਼ ਪਸੰਦ ਕਰਦੇ ਆ, ਕਿਹੜੇ ਕੰਟਰੀ ਦੇ ਵਿੱਚ, ਕਿਹੜੇ ਰੀਜਨ ਦੇ ਵਿੱਚ। ਸੋਸ਼ਲ ਮੀਡੀਆ ਦਾ ਤੁਹਾਡਾ ਡੇਟਾ ਹੋ ਗਿਆ, ਕ੍ਰਿਪਟੋ ਦਾ ਤੁਹਾਡਾ ਡੇਟਾ ਹੋ ਗਿਆ, ਜਾਂ ਫਿਨਟੈਕ ਦਾ, ਹੈ ਨਾ, ਫਾਈਨੈਂਸ ਲੋਕੀ ਕਿੱਦਾਂ ਆਪਾਂ ਆਪਣੇ ਜਿਹੜੇ ਸਪੈਂਡ ਕਰਦੇ ਆ ਚੀਜ਼ਾਂ ਨੂੰ, ਇਹ ਸਾਰਾ ਕਿਸੇ ਨਾ ਕਿਸੇ ਤਰੀਕੇ ਦਾ ਡੇਟਾ, ਹੈ ਨਾ। ਸੋ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਭਾਈ ਸਾਡਾ ਡੇਟਾ ਯੂਜ਼ ਨਹੀਂ ਕਰ ਸਕਦੇ ਬਿਨਾਂ ਕਿਸੇ ਪਰਮਿਸ਼ਨ ਤੋਂ। ਸੋ ਉਹਨਾਂ ਜਿਹੜਾ ਡੇਟਾ ਉੱਤੇ ਪਾਬੰਦੀਆਂ ਲਾ ਦਿੱਤੀਆਂ। ਸੋ ਹੁਣ ਇਹ ਇੱਕ ਪਰਫੈਕਟ ਸਟਾਰਮ ਆ ਗਿਆ ਇਨ ਦੀ ਕੰਟੈਕਸਟ ਕਿ ਜਿਹੜਾ ਡੇਟਾ ਉਹਨਾਂ ਨੂੰ ਮਾਡਲਸ ਨੂੰ ਹੋਰ ਸਮਾਰਟ ਕਰਨ ਦੇ ਲਈ ਸਾਨੂੰ ਨਵਾਂ ਡੇਟਾ ਚਾਹੀਦਾ, ਇੰਟੈਲੀਜੈਂਟ ਹਿਊਮਨ ਡੇਟਾ ਚਾਹੀਦਾ। ਸਿੰਥੈਟਿਕ ਡੇਟਾ ਵੀ ਕਿਸੇ ਹੱਦ ਤੱਕ ਹੈਲਪ ਕਰਦਾ, ਪਰ ਪ੍ਰਾਇਮਰੀ ਬਾਈ ਦ ਐਂਡ ਆਫ ਡੇ ਤਾਂ ਮੈਂ ਹਿਊਮਨ ਡੇਟਾ ਹੀ ਚਾਹੀਦਾ ਨਾ। ਸੋ ਉਹ ਜਿਹੜਾ ਡੇਟਾ ਉਹਦੀ ਐਕਸੈਸ ਜਿਹੜੀ ਉਹ ਬਹੁਤ ਲਿਮਿਟ ਹੋ ਗਈ। ਸੋ ਵਿਕੀਪੀਡੀਆ ਦੇ ਕੋਲ ਸਾਨੂੰ ਪਤਾ ਵੀ ਕਲੇਮ ਕਰਦੇ ਆ ਕਿ 170 ਤੋਂ ਉੱਪਰ ਲੈਂਗੁਏਜਸ ਦੇ ਵਿੱਚ ਇਹਨਾਂ ਦੇ ਕੋਲ ਡੇਟਾ ਪਿਆ ਹੋਇਆ, ਲੋਕਾਂ ਦਾ ਲਿਖਿਆ ਹੋਇਆ। ਆਪਾਂ ਵੀ ਕਈ ਵਾਰ ਆਪਣੇ ਕੋਈ ਇਤਿਹਾਸਕ ਚੀਜ਼ਾਂ ਨੂੰ ਦੇਖਦੇ ਤੇ ਆਪਾਂ ਵਿਕੀਪੀਡੀਆ ਨੂੰ ਰੈਫਰ ਕਰਦੇ ਆ, ਜਿੱਥੇ ਲੋਕੀ ਵਲੰਟੀਅਰ ਕਰਕੇ ਉਹਨਾਂ ਡੇਟਾ ਐਡ ਕੀਤਾ ਹੋਇਆ। ਸੋ ਉਹ ਡੇਟਾ ਨੂੰ ਐਕਸੈਸ ਕਰਨ ਦੇ ਵਾਸਤੇ, ਆਪਣੇ ਮਾਡਲਸ ਨੂੰ ਸਟਰੋਂਗ ਕਰਨ ਵਾਸਤੇ, ਜਿਹੜੇ ਮਾਈਕਰੋਸਾਫਟ, ਮੈਟਾ, ਪਰਪਲੈਕਸਿਟੀ ਵਗੈਰਾ, ਹੈ ਨਾ, ਵੱਡੇ AI ਦੇ ਨਾਂ ਹੈਗੇ ਆ, ਉਹਨਾਂ ਨੂੰ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਜਿਹੜੇ ਰੈਡੀ ਆ ਪੇ ਕਰਨ ਨੂੰ, ਤੇ ਪੇ ਕਰ ਵੀ ਰਹੇ ਆ ਤਾਂ ਕਿ ਉਹਨਾਂ ਕੋਲ ਜਿਹੜਾ ਐਕਸਕਲੂਸਿਵ ਐਕਸੈਸ ਕੋਸ਼ਿਸ਼ ਕਰ ਰਿਹਾ ਵੀ ਉਹਨਾਂ ਕੋਲ API ਦੇ ਰਹਿਣ ਐਕਸਕਲੂਸਿਵ ਐਕਸੈਸ ਇਹਨਾਂ ਚੀਜ਼ਾਂ ਦਾ ਹੈ। ਸੋ ਆਪਣੀ ਗੱਲਬਾਤ ਰਾਜ ਕਰਨ ਦਾ ਇਹੀ ਮਤਲਬ ਆ ਕਿ ਇਨਫੋਰਮੇਸ਼ਨ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਆ, ਹੈ ਨਾ। ਤੇ ਉਹ ਜਿਹੜੀ ਆ ਉਹ ਆਪਾਂ ਨੂੰ ਆਪਣਾ ਵੀ ਮੈਨੂੰ ਕਦੇ ਕਦੇ ਇਹ ਲੱਗਦਾ ਕਿ ਚਲੋ ਮੇਰਾ ਅਖੀਰਲਾ ਇੱਕ ਮੇਰਾ ਸੁਪਨਾ ਇਹ ਆ ਵੀ ਆਪਾਂ ਕੁਛ ਟੈਕ ਦੇ ਵਿੱਚ ਸਾਡੇ ਕੋਲ ਇੰਨੀ ਫੰਡਿੰਗ ਹੋਏ, ਆਪਾਂ ਕੋਲ ਇੰਨੇ ਰੀਸੋਰਸ ਹੋਣ ਵੀ ਅਸੀਂ ਪੰਜਾਬ ਦਾ, ਪੰਜਾਬੀਅਤ ਦਾ, ਸਿੱਖਾਂ ਦਾ ਵੀ ਕੋਈ ਨਾ ਆਪਣਾ ਜਿਹੜਾ ਨੇਟਿਵ ਹੋਮ ਗਰੋਨ ਜਿਹੜਾ ਆਪਣਾ ਮਾਡਲ ਹੋਏ, ਲਾਰਜ ਲੈਂਗੁਏਜ ਮਾਡਲ, ਜਿਹੜੇ ਵਿੱਚ ਸਾਰੀਆਂ ਜੋ ਸਾਡੇ ਇਤਿਹਾਸਿਕ ਤੌਰ ਦੇ ਉੱਤੇ ਚੀਜ਼ਾਂ ਪਈਆਂ ਹੋਈਆਂ ਕੰਟੈਕਸਟ ਦੇ ਅਕੋਰਡਿੰਗਲੀ ਸਾਡੀ ਆਉਣ ਵਾਲੀ ਜਨਰੇਸ਼ਨ ਦੀ ਰੈਫਰੈਂਸ ਦੇ ਵਾਸਤੇ ਇੱਕ ਬਹੁਤ ਸੋਹਣਾ ਰੈਫਰੈਂਸ ਇਨਫਰਾਸਟ੍ਰਕਚਰ ਜਿਹੜਾ ਲਾਰਜ ਲੈਂਗੁਏਜ ਮਾਡਲ ਵਾਲਾ ਬਣੇ। ਆਸ ਉਮੀਦ ਇਹੀ ਆ ਕਿ ਉਸ ਲਈ ਕੀ ਚਾਹੀਦਾ। ਸੋ ਰਾਜਕਰਨ ਦੇਖੋ, ਉਹਦੇ ਲਈ ਆਪਾਂ ਨੂੰ
ਪਹਿਲੀ ਚੀਜ਼ ਤੇ ਇਹ ਆ ਵੀ ਕੰਪਿਊਟ ਪਾਵਰ ਹੈ ਨਾ, ਜਿਹੜੇ ਆ ਡੇਟਾ ਸੈਂਟਰ ਵਗੈਰਾ ਤੁਹਾਡੇ ਸਾਰੇ ਬਣ ਰਹੇ ਆ, ਇਹ ਲਾਰਜ ਲੈਂਗੁਏਜ ਜਿਹੜੇ ਮਾਡਲਸ ਆ ਉਹਨਾਂ ਕੀ ਦੀ ਇਹ ਪੰਜਾਬ 'ਚ ਹੀ ਹੋਵੇ ਜਾਂ ਕਿਤੇ ਵੀ ਹੋ ਸਕਦਾ? ਕਿਤੇ ਵੀ ਹੋ ਜਾਏ। ਦੂਸਰੀ ਚੀਜ਼ ਇਹ ਆ ਕਿ ਜਿਹੜਾ ਆਥੈਂਟਿਕ ਡੇਟਾ ਹੈ ਨਾ, ਕਿਉਂਕਿ ਇਹਦੇ ਵਿੱਚ ਮੈਂ ਨਾਲ ਦੀ ਨਾਲ ਇਹਦੇ ਵਿੱਚ ਸਾਰੇ ਆਪਣੇ ਯੂਜ਼ਰਸ ਹੈਗੇ ਆ ਜਾਂ ਆਪਣੇ ਸਰੋਤੇ ਆ ਵਿਊਅਰਸ, ਉਹਨਾਂ ਨੂੰ ਇਸ ਚੀਜ਼ ਨੂੰ ਸਤਰਕ ਵੀ ਕਰ ਦੇਵਾਂ ਕਿ ਅੱਜ ਹੋਰ 5-7 ਸਾਲ ਤੱਕ ਆਪਾਂ ਇਦਾਂ ਦਾ ਕੁਝ ਨਾ ਬਣਾਇਆ ਤੇ ਕੁਝ ਨਾ ਕੁਝ ਇਦਾਂ ਦਾ ਬਣ ਕਿਸੇ ਹੋਰ ਨੇ ਬਣਾ ਦੇਣਾ ਆਪਣੀ ਜਿਹਦੇ ਮਰਜ਼ੀ ਵਿੱਚ ਦੀਆਂ ਰਲੇਵਾਂ ਚੀਜ਼ਾਂ। ਬਹੁਤ ਜ਼ਿਆਦਾ ਹੋਊਗਾ, Yeah. ਕੰਟੈਕਸਟ ਆਪਣਾ ਨਹੀਂ ਹੋਊਗਾ। ਸੋ ਕੀ ਕੋਈ ਕੰਮ ਹੋ ਰਿਹਾ? ਮੈਨੂੰ ਨਹੀਂ, ਮੈਂ ਜਾਣਦਾ ਨੌਲੇਜ ਨਹੀਂ, ਮੇਰੀ ਨੌਲੇਜ ਨਹੀਂ ਹੈਗਾ ਕੋਈ ਇਦਾਂ ਦਾ ਕੰਮ ਹੋ ਰਿਹਾ ਹੋਵੇਗਾ। ਵੇਟ ਕਿਹਦੀ ਕਰ ਰਹੇ? ਕੌਣ ਕਰੂਗਾ ਇਹ ਕੰਮ? ਜਿੱਦਾਂ ਕਿ ਵੀ ਜਿੱਦਾਂ ਤੁਹਾਡੀ ਇੱਛਾ ਆ, ਤੁਹਾਨੂੰ ਇਹਦੇ ਲਈ ਹੋਰ ਕੀ ਚਾਹੀਦਾ? ਕੀ ਫੰਡਿੰਗ ਆ? ਪ੍ਰਾਇਮਰਲੀ ਰਾਜਕਰਨ ਐਨਵੀਡੀਆ ਦੀਆਂ ਚਿਪਸ ਚਾਹੀਦੀਆਂ? ਇਟ ਕਮਸ ਡਾਊਨ ਟੂ ਪੈਸਾ, ਫੰਡਿੰਗ ਹੈ ਨਾ। ਵੀ ਟਾਕਿੰਗ ਅਬਾਊਟ ਮਿਲੀਅਨਸ ਆਫ ਡਾਲਰਸ ਹੇਅਰ, ਠੀਕ ਆ। ਸੋ ਉਹਦੇ ਵਿੱਚ ਕਈ ਤਰ੍ਹਾਂ ਦੀ ਅਪਰੋਚਿਸ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ, ਹੈ ਨਾ। 2 ਤਰ੍ਹਾਂ ਦੀ ਪ੍ਰਾਇਮਰਲੀ ਅਪਰੋਚਿਸ ਆ, ਵੀ ਤੁਸੀਂ ਆਪਣਾ ਲਾਰਜ ਲੈਂਗੁਏਜ ਮਾਡਲ ਬਣਾਉਣੇ ਜਾਂ ਐਗਜ਼ਿਸਟਿੰਗ ਲਾਰਜ ਲੈਂਗੁਏਜ ਮਾਡਲ ਨੂੰ ਯੂਜ਼ ਕਰਕੇ ਉਹਦੇ ਵਿੱਚ ਤੁਸੀਂ ਆਪਣਾ ਕੰਟੈਂਟ ਪਾਉਣ ਦੀ ਕੋਸ਼ਿਸ਼ ਕਰਦੇ ਹੋ ਆਥੈਂਟਿਕ। ਕਿਉਂਕਿ ਜਿਹੜੇ ਅਸੀਂ ਪੰਜਾਬ ਯੂਨੀਵਰਸਿਟੀ 'ਚ ਆਪਣੇ ਇੰਸਟੀਟਿਊਸ਼ਨਸ ਦੀ ਗੱਲ ਕਰੀਏ ਪੰਜਾਬੀਅਤ ਦੇ, ਉਹਨਾਂ ਨੇ ਕੁਛ ਵਾਲਾ ਕੰਮ ਨਹੀਂ ਕੀਤਾ, ਹੈ ਨਾ। ਉਹਨਾਂ ਦਾ ਆਪਾਂ ਦੇਖ ਰਿਹਾ ਵੀ ਬਹੁਤਾ ਕੋਈ ਉਹਨਾਂ ਦਾ ਨਾ ਜੇ ਤੁਸੀਂ ਇਹ ਕਹਿ ਕੇ ਹੱਥ ਖੜਾ ਕਰਕੇ ਕਹਿਣ ਵੀ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਅਸੀਂ ਆਹ ਮੱਲਾਂ ਮਾਰ ਦਿੱਤੀਆਂ ਭਾਸ਼ਾ ਨੂੰ ਲੈ ਕੇ, ਬਣੀ ਤੇ ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਆਧਾਰ ਤੇ ਨਾ, ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਵਾਸਤੇ, ਪਰ ਅਨਫੋਰਚੂਨੇਟਲੀ ਉਹਨਾਂ ਦਾ ਜਿਹੜਾ ਰੋਲ ਆ ਬੜਾ ਕੋਈ ਵਧੀਆ ਨਹੀਂ ਰਿਹਾ, ਹੈ ਨਾ, ਪਿਛਲੇ ਕੁਝ ਸਮੇਂ ਵਿੱਚ। ਸੋ ਉਹਦੇ ਵਿੱਚ ਇਹ ਆ ਵੀ ਉਹਦੇ ਨਾਲੋਂ ਸਾਨੂੰ ਡਾਇਸਪੋਰਾ ਤੋਂ ਕੰਪੈਰੀਟਿਵਲੀ ਜ਼ਿਆਦਾ ਉਮੀਦ ਆ। ਪਰ ਉਹ ਤਾਂ ਕਹਿੰਦੇ ਵੀ ਅਸੀਂ ਆਨਲਾਈਨ ਕਾਫੀ ਕੁਝ ਪਾਇਆ ਹੋਇਆ ਹੈ। ਰਾਜਕਰਨ ਇੱਕ ਨਿਊਜ਼ ਵਿੱਚ ਆਉਣ ਵਾਲੀ ਗੱਲਾਂ ਹੁੰਦੀਆਂ, ਹੈ ਨਾ। ਇੱਕ ਚੀਜ਼ ਹੁੰਦੀਆਂ, ਠੀਕ ਆ, ਜਿਹੜੀ ਉਹਨਾਂ ਕੰਮ ਕੀਤਾ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਪਰ ਉਹ ਕੰਮ ਕਿੰਨਾ ਕੁ ਕਾਰਗਰ ਅੱਜ ਦੇ ਜ਼ਮਾਨੇ ਦੇ ਵਿੱਚ, ਉਹ ਵੀ ਤਾਂ ਚੀਜ਼ ਆਪਾਂ ਨੂੰ ਦੇਖਣ ਦੀ ਲੋੜ ਹੈ ਨਾ। ਕਿਹੜੇ ਘਰ ਇਹਨੂੰ ਐਕਸੈਸ ਕਰਨ ਲਈ ਜਾਂ ਇਸ ਚੀਜ਼ ਨੂੰ ਕ੍ਰੀਏਟ ਕਰਨ ਦੇ ਲਈ ਇੱਕ ਆਮ ਬੰਦਾ ਜਿਹੜਾ ਸੋਚਦਾ, ਕਹਿੰਦਾ ਯਾਰ ਮੈਨੂੰ ਤਾਂ ਕੁਛ AI ਦਾ ਪਤਾ ਨਹੀਂ, ਮੈਂ ਕਿੱਦਾਂ ਕੰਟਰੀਬਿਊਟ ਕਰ ਸਕਦਾ? ਤਿੰਨ ਚੀਜ਼ਾਂ ਉਹਦੇ ਲਈ ਕੀ ਸਵਾਲ? 3 ਚੀਜ਼ਾਂ ਹੀ ਯਾਰ ਪ੍ਰਾਇਮਰਲੀ ਆਪਾਂ ਨੂੰ ਚਾਹੀਦੀਆਂ, ਹਨਾ। ਗੱਲ ਫਿਰ ਸਾਧਨਾਂ ਤੇ ਆਉਂਦੀ, ਰਿਸੋਰਸ ਤੇ ਆਉਂਦੀ ਆ, ਪੈਸੇ ਤੇ ਆਉਂਦੀ ਆ। 3 ਚੀਜ਼ਾਂ, ਇੱਕ ਕੰਪਿਊਟ ਪਾਵਰ ਚਾਹੀਦੀ ਆ, ਨੰਬਰ 2 ਦੇ ਉੱਤੇ ਆਪਾਂ ਨੂੰ ਚਾਹੀਦਾ ਐਕਸੈਸ ਟੂ ਡੇਟਾ। ਆਪਾਂ ਤੇ ਬਹੁਤ ਜ਼ਿਆਦਾ ਜਿਹੜਾ ਡੇਟਾ, ਕਿਉਂਕਿ ਤੁਸੀਂ ਕੋਈ ਸਿਸਟਮ ਬਣਾਓਗੇ, ਡੇਟਾਬੇਸ ਹੀ ਬਣਾਓਗੇ। ਤੀਸਰੀ ਜਿਹੜੀ ਚੀਜ਼ ਹੈਗੀ ਉਹ ਹੈ ਕਿ ਇੱਕ ਡੈਡੀਕੇਟਡ ਟੀਮ ਜਿਹੜੀ ਇਹਦੇ ਉੱਤੇ ਲਗਾਤਾਰ ਵਰਕ ਕਰੇ, ਟੈਕਨੀਕਲ ਟੀਮ ਚਾਹੀਦੀ ਹੈ ਨਾਲ, ਹੈ ਨਾ, ਟੀਮ ਆਫ ਇੰਜੀਨੀਅਰਸ ਜਿਹੜੀ ਇਹਦੇ ਉੱਤੇ ਵਰਕ ਕਰੇ। ਸੋ ਤਾਂ ਹੀ ਮੈਂ ਗੱਲ ਕਰ ਰਿਹਾ, ਵੀ ਟਾਕਿੰਗ ਅਬਾਊਟ ਟੈਨਸ ਆਫ ਮਿਲੀਅਨਸ ਡਾਲਰਸ, ਹੈ ਨਾ। ਤੇ ਇਹ ਕੋਈ ਬਾਲੀ ਇਹਦੇ ਕਾਫੀ ਚੀਜ਼ਾਂ ਆ, ਜਿੱਦਾਂ ਮੈਂ ਸੋਚਦਾ ਐਡਵਾਈਜ਼ਰੀ ਕਮੇਟੀ ਵੀ ਚਾਹੀਦੀ, ਕਿਹੜਾ ਡਾਟਾ ਚਾਹੀਦਾ, ਕਿਉਂਕਿ ਕਿਤਾਬਾਂ ਤਾਂ ਕਈ ਨੇ। ਹਾਂਜੀ, ਜਿੱਦਾਂ ਤੁਸੀਂ ਦੱਸਿਆ ਵੀ ਸਿੰਥੈਟਿਕ ਡਾਟਾ ਦੀ ਵੀ ਗੱਲ ਕੀਤੀ, ਆਰਗੈਨਿਕ ਡਾਟਾ ਦੀ ਵੀ ਗੱਲ ਕੀਤੀ, ਮਿਲਾਵਟੀ ਵੀ ਆ, ਓਰੀਜਨਲ ਵੀ ਆ, ਪਿਓਰ ਵੀ ਆ। ਸੋ ਉਹ ਡਿਸਾਈਡ ਕਰਨ ਦੇ ਲਈ ਕਿੱਦਾਂ ਆ, ਕਿਹਦੇ ਤੋਂ ਇੰਸਪਾਇਰ ਹੋ ਕੇ ਚੱਲਣਾ ਹੈ ਨਾ। ਵੀ ਇਟਸ ਅ ਹਿਊਜ ਪ੍ਰੋਜੈਕਟ। ਮੈਂ ਜ਼ਿਆਦਾ ਸੈਲ ਨਹੀਂ ਕਰ ਰਿਹਾ ਵੀ ਇਦਾਂ ਚੀਜ਼, ਪਰ ਆਪਾਂ ਸਾਰਿਆਂ ਨੂੰ ਇੱਕ ਆਮ ਇਨਸਾਨ ਕਿੱਦਾਂ ਕੰਟਰੀਬਿਊਟ ਕਰ ਸਕਦਾ ਹੈ, ਉਹਦੇ ਲਈ ਉਹਨੂੰ ਵੀ ਥੋੜਾ ਜਿਹਾ ਆਸਾਨੀ ਨਾਲ ਜੇ ਦੱਸਣਾ ਹੋਵੇ ਤਾਂ ਕਿੱਦਾਂ ਹੈ? ਹਾਂਜੀ, ਸੋ ਰਾਜਕਰਨ ਉਹਦੇ ਵਿੱਚ ਤਾਂ ਇਹੀ ਆ ਕਿ ਸਭ ਤੋਂ ਪਹਿਲਾਂ ਜਿਹੜੀ ਗੱਲ ਇਹ ਆ ਕਿ ਇਹਦੇ ਉੱਤੇ ਕੋਈ ਇਨਫਰਾਸਟ੍ਰਕਚਰ ਜਿਹੜਾ ਬਣੇ। ਆਪਾਂ ਕਾਫੀ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਸ਼ੁਰੂਆਤ ਕਿਤੋਂ ਨਾ ਕਿਤੋਂ ਤਾਂ ਸ਼ੁਰੂ ਹੋਏ ਨਾ, ਉਹਦੇ ਤੋਂ ਬਾਅਦ ਕੋਈ ਇੱਕ ਆਰਗੇਨਾਈਜੇਸ਼ਨ ਬਣੇ, ਕੋਈ ਸਟਰਕਚਰ ਬਣੇ। ਉਹ ਸਟਰਕਚਰ ਦੇ ਆਮ ਬੰਦਾ ਤੇ ਜੇ ਤੁਸੀਂ ਨਹੀਂ AI ਦੀ ਫੀਲਡ ਦੇ ਵਿੱਚ ਹੈਗੇ ਹੋ ਤੇ ਉਹਦੀ ਤੇ ਬੈਸਟ ਕੰਟਰੀਬਿਊਸ਼ਨ ਉਹਦੀ ਡੋਨੇਸ਼ਨ ਹੀ ਹੋ ਸਕਦੀ ਆ, ਕਿਸੇ ਤਰ੍ਹਾਂ ਨਾਨ ਪ੍ਰੋਫਿਟ ਬਣੇ। ਉਹ ਤੋਂ ਲੈਦਾ ਤੇ ਇਹੀ ਆ ਕਿ ਜੇ ਤੁਸੀਂ ਇੰਜੀਨੀਅਰ ਹੈਗੇ ਹੋ, ਇਸ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਜੇ ਤੁਸੀਂ ਹੈ ਨਾ ਤੁਹਾਡੇ ਫਿਜ਼ੀਕਲੀ ਜਿਹੜੀ ਤੁਹਾਡੀ ਨੀਡ ਜਿਹੜੀ ਉਹ ਮੀਟ ਕਰਦੀ ਹੈ ਪੂਰੀਆਂ, ਤੇ ਤੁਸੀਂ ਇਹ 'ਚ ਵਲੰਟੀਅਰ ਕਰਨਾ ਚਾਹੁੰਦੇ ਹੋ, ਉਹ ਤਾਂ ਹਮੇਸ਼ਾ ਹੈ ਹੀ ਹੈ। ਤੇ ਤੀਸਰੀ ਚੀਜ਼ ਇਹ ਆ ਕਿ ਜੇ ਤੁਸੀਂ ਕੁਛ ਉਸ ਕੰਪਿਊਟ ਦੇ ਵਿੱਚ ਬਾਏ ਦ ਐਂਡ ਆਫ ਦ ਰਾਜਕਰਨ ਇਟ ਕਮਸ ਡਾਊਨ ਟੂ ਰਿਸੋਰਸਿਸ, ਪੈਸੇ ਤੇ ਕਮਿਟਮੈਂਟ ਦੀ ਗੱਲ ਹੀ ਆ। ਇਹ ਕੋਈ ਕੰਮ ਉਦਾਂ ਜੇ ਦੇਖਿਆ ਜਾਵੇ ਕੌਮ ਕੋ ਕੋਈ ਘਾਟ ਨਹੀਂ ਆ ਰਿਸੋਰਸਿਸ ਦੀ, ਹਾਂਜੀ, ਲਾਇਆ ਜਾ ਸਕਦਾ। ਹਾਂਜੀ, ਘਾਟ ਤਾਂ ਰਾਜਕਰਨ ਨਹੀਂ ਹੈਗੀ, ਪਰ ਅਨਫੋਰਚੂਨੇਟ ਗੱਲ ਇਹ ਤੇ ਹੀ ਹੈ ਨਾ, ਜਿੱਦਾਂ ਪਹਿਲੇ ਗੱਲ ਕੀਤੀ, ਨਹੀਂ ਵਿਲ ਪਾਵਰ ਦੀ ਵੀ ਕੋਈ ਕਮੀ ਨਹੀਂ ਆ, ਪਰ ਸਾਧਨ ਲਾਉਣੇ ਕਿਹੜੇ ਪਾਸੇ ਆ, ਉਹਦੀ ਖਾਸੀ ਕਮੀ ਹੈ ਨਾ। ਉਹਦੀ ਇੱਕ ਸਟ੍ਰੀਮ ਲਾਈਨਿੰਗ ਨਹੀਂ ਹੈਗੀ। ਮੈਂ ਦੇਖਦਾ ਕਿ ਆਪਣੇ ਕਿੰਨੇ ਜ਼ਿਆਦਾ ਰਾਏ ਨਹੀਂ ਬਣਦੀ, ਸਾਂਝੀ ਰਾਏ ਨਹੀਂ ਬਣ ਪਾ ਰਹੀ ਹੈ। ਹਾਂਜੀ, ਸੋ ਲੋਕੀ ਵੈਲਿਊ ਨਹੀਂ ਦੇਖਦੇ ਉਸ ਚੀਜ਼ ਦੇ ਵਿੱਚ, ਲੌਂਗ ਟਰਮ ਨਹੀਂ ਸੋਚ ਨਹੀਂ ਰਹੇ। ਸਾਲ ਦੇ ਤੌਰ ਦੇ ਉੱਤੇ ਆਪਾਂ ਕਿੰਨਾ ਜ਼ਿਆਦਾ ਜਿਹੜਾ ਪੈਸਾ ਵਾ, ਹੈ ਨਾ, ਤੁਸੀਂ ਪਿਛਲੀ ਇਲੈਕਸ਼ਨ ਦੇਖੀ ਆ ਪੰਜਾਬ ਦੀ, ਉਹਦੇ ਵਿੱਚ ਕਿੰਨਾ ਜ਼ਿਆਦਾ ਪੈਸਾ ਜਿਹੜਾ ਇੱਧਰੋਂ ਬਾਹਰੋਂ ਗਿਆ ਖਰਚ ਹੋਣ ਦੇ ਵਿੱਚ, ਉਹਦੇ ਨਾਲ ਕਾਫੀ ਕੁਛ ਆਪਣਾ ਜਿਹੜਾ ਇੱਥੇ ਬਣ ਸਕਦਾ ਸੀ।
ਆਪਾਂ ਰਲ ਮਿਲ ਕੇ ਸੰਵਾਦ ਜਿਹੜਾ ਆਪਣੀ ਕਮਿਊਨਿਟੀ ਵਿੱਚ ਕੰਪੈਰੀਟਿਵਲੀ ਘੱਟ ਆ, ਉਹਦੇ ਕਰਕੇ ਆਪਣੀ ਪ੍ਰਾਇੋਰਟੀਜ਼ ਕੀ ਆ ਕਮਿਊਨਿਟੀ ਦੀਆਂ, ਉਹਦੀ ਆਪਾਂ ਨੂੰ ਇੱਕ ਸਮੱਸਿਆ ਆ ਰਹੀ ਆ। ਤੇ ਆਸਮੀਤ ਤੇ ਮੈਂ ਤੇ ਹੋਪਫੁਲੀ ਰਹਿਣਾ ਕਿ ਇਹਦੇ ਬਾਰੇ ਜਿਹੜੀ ਗੱਲਬਾਤ ਆ, ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਰਾਜ ਕਰਨ ਆਇਡੈਂਟੀਫਾਈ ਕਿੱਦਾਂ ਹੁੰਦੀਆਂ, ਜਦੋਂ ਅਸੀਂ ਰਲ ਮਿਲ ਕੇ ਸੰਵਾਦ ਕਰਦੇ ਆ, ਆਪਣੀ ਰਿਐਲਿਟੀ ਦੇਖਦੇ, ਰਿਐਲਿਟੀ ਚੈੱਕ ਕਰਦੇ ਆ ਵੀ ਸਾਡੇ ਆਸੇ-ਪਾਸੇ ਕੀ ਆ, ਹਨਾ, ਕੀ ਚੱਲ ਰਿਹਾ, ਆਪਾਂ ਨੂੰ ਪ੍ਰੋਬਲਮਸ ਕੀ ਆ ਰਹੀਆਂ, ਉਹਦੇ ਬਾਰੇ ਗੱਲਬਾਤ ਕਰਕੇ ਜਦੋਂ 4 ਬੰਦੇ ਫਿਰ ਇਕੱਠੇ ਬੈਠਦੇ ਆ, ਉਹਦੇ 'ਚ ਕੋਈ ਨਾ ਕੋਈ ਹੱਲ ਨਿਕਲ ਆਉਂਦਾ। ਤੇ ਹੱਲ ਜਿਹੜੇ ਆ ਉਹ ਕਈ ਲੋਕਲਾਈਜ਼ਡ ਹੁੰਦੇ ਆ, ਕੋਈ ਕਲਸਟਰ ਬੇਸਡ ਹੁੰਦੇ ਆ, ਕੋਈ ਨੈਸ਼ਨਲ ਲੈਵਲ ਦੇ ਹੁੰਦੇ ਆ, ਪਰ ਇਹ ਸਾਰੇ ਆਰਗੇਨਾਈਜੇਸ਼ਨ ਜਥੇਬੰਦੀ ਦੇ ਵਿੱਚ ਆਉਂਦੇ ਆ। ਤੇ ਉਹਦੇ ਵਿੱਚ ਫਿਰ ਅਗੇਨ ਜਿਹੜੀ ਤੁਸੀਂ ਹੁਣੇ ਗੱਲ ਕੀਤੀ 2016 ਦੀ ਕੋਰਟ ਦੇ ਵਿੱਚ, ਕਿ ਨਾਨ ਸਟੇਟ ਐਕਟਰ ਜਾਂ ਸਟੇਟ ਐਕਟਰ ਵੀ ਬਹੁਤ ਇੱਦਾਂ ਦੇ ਬੈਠੇ ਆ, ਜਿਨ੍ਹਾਂ ਲੋਕਾਂ ਨੂੰ ਲਗਾਤਾਰ ਸੋਸ਼ਲ ਮੀਡੀਆ ਦੇ ਰਾਹੀਂ ਇੰਗੇਜ ਕਰਕੇ ਡਰੇਨ ਕਰਨਾ। ਉਹਨਾਂ ਦੇ ਜਿੰਨੇ ਸਾਧਨ ਆ ਉਹਨਾਂ ਨੂੰ ਡਰੇਨ ਕਰਨਾ, ਥਕਾਉਣਾ ਉਹਨਾਂ ਦੇ ਦਿਮਾਗ ਨੂੰ, ਤਾਂ ਕਿ ਉਹ ਜਿਹੜੇ ਕੰਮ ਸਹੀ ਟਾਸਕ ਆ, ਜਿਨ੍ਹਾਂ ਨੇ ਦੈਟਸ ਗੋਨਾ ਮੇਕ ਅ ਡਿਫਰੈਂਸ, ਉਹਦੇ ਉੱਤੇ ਫੋਕਸ ਨਾ ਕਰ ਸਕਣ। ਜੀ।